प्यारे दर्शकों, पंजाबी ट्रिब्यून के रोज़ाना प्रोग्राम वेले की गल भी तुहाडा स्वागत है। मैं बलविंदर सिंह सिपरे सारिਆਂ ਨੂੰ प्यार भरी सत श्री अकाल, नमस्ते, आदाब। अज असी गल करांगे बेरोज़गारी बारे। बेरोज़गारी साडे समय की सब तो गंभीर समस्या है। कोविड-19 कारण ये होर वधी है, जदों कि इस तो पहला भी अजिहियां रिपोर्टां सन कि बेरोज़गारी इस समय साडे देश की आज़ादी तो बाद सब तो वड्डी दर ते पहुंची हुई है। पंजाब सरकार ने भी बेरोज़गारां दी रजिस्ट्रेशन करन लई पोर्टल बना के शुरुआत की है ते इस गंभीर समस्या बारे चर्चा करन लई साडे नाल हन पंजाबी ट्रिब्यून के न्यूज़ कोआर्डीनेटर श्री हमीर सिंह जी। सत श्री अकाल हमीर सिंह जी। सत श्री अकाल जी। हाँ जी, तुहाडा स्वागत है। तो तुसीं सानूं दसो कि बेरोज़गारी बारे की स्थिति है इस समय। बेरोਜ਼ਗਾਰੀ ਦਾ हाल वैसे तो नौजवान ਜਿਹੜੇ सड़कों ਤੇ भी ने ਤੇ ਰੁਜ਼ਗਾਰ ਮੰਗਦੇ ਨੇ ਤੇ ਉਹ ਸਭ ਦੇ ਸਾਹਮਣੇ ਹੈਗਾ ਹੀ ਹੈ, ਪਰ ਜਿਹੜੀਆਂ ਹੁਣੇ ਅਜੇ ਸਾਹਮਣੇ ਨਿਕਲ ਕੇ ਕੋਈ ਤੱਥ ਆਏ ਨੇ ਉਹ ਇਸ ਦੀ ਗੰਭੀਰਤਾ ਨੂੰ ਹੋਰ ਵੀ ਸਾਬਤ ਕਰਦੇ ਨੇ। ਇੱਕ ਤਾਂ ਪਹਿਲਾਂ ਦਾ ਅਸੀਂ ਦੇਖ ਹੀ ਰਹੇ ਹਾਂ ਕਿ 2017-18 ਦਾ ਇੱਕ ਡਾਟਾ ਜਿਹੜਾ ਸਾਹਮਣੇ ਆਇਆ ਸੀ ਦੇਸ਼ ਦਾ, ਜਿਹਦੇ 'ਚ ਅਸੀਂ ਪਿਛਲੇ 45 ਸਾਲਾਂ ਦੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਸੀ। ਉਦੋਂ ਹਾਲਾਂਕਿ ਕੋਵਿਡ ਵੀ ਨਹੀਂ ਸੀ, ਫਿਰ ਵੀ ਜ਼ਿਆਦਾ ਬੇਰੁਜ਼ਗਾਰੀ ਸੀ। ਹੁਣ ਪੰਜਾਬ ਸਰਕਾਰ ਨੇ ਕੀ ਕੀਤਾ ਸੀ, ਇੱਕ ਪੋਰਟਲ ਜਿਹੜਾ ਬਣਾਇਆ ਕਿ ਤੁਸੀਂ ਆਨਲਾਈਨ ਰਜਿਸਟਰਡ ਹੋਵੋ। ਆਨਲਾਈਨ ਆਮ ਤੌਰ 'ਤੇ ਰਜਿਸਟਰਡ ਪੜ੍ਹੇ ਲਿਖੇ ਬੰਦੇ ਹੀ ਹੁੰਦੇ ਨੇ। ਜਿਹੜਾ 1 ਅਪ੍ਰੈਲ ਤੋਂ ਲੈ ਕੇ 22 ਜੁਲਾਈ ਤੱਕ ਇਸੇ ਸਾਲ ਦਾ ਇਸੇ ਸਮੇਂ 'ਚ 2 ਲੱਖ ਬੇਰੁਜ਼ਗਾਰ ਨੌਜਵਾਨ ਜਿਹੜਾ ਹੈ ਉਹ ਰਜਿਸਟਰਡ ਹੋਇਆ ਉਸ ਪੋਰਟਲ 'ਤੇ। ਔਰ ਉਹਦੇ 'ਚ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਕਿ 164 ਬੰਦੇ PhD ਵਾਲੇ ਨੇ, ਜਿਨ੍ਹਾਂ ਨੇ PhD ਕੀਤੀ ਹੋਈ ਹੈ, ਤੇ ਬਾਕੀ ਕੋਈ ਵੀ ਬੰਦੇ ਮਤਲਬ ਸਾਰੇ 10ਵੀਂ ਤੋਂ ਉੱਪਰ ਨੇ, +2 ਨੇ, ਔਰ ਲਗਭਗ 35,000 ਤੋਂ ਜ਼ਿਆਦਾ ਪੋਸਟ ਗ੍ਰੈਜੂਏਟ ਨੇ। ਸਾਰੇ ਉਹ ਬੰਦੇ ਨੇ ਜਿਹੜੇ ਇੱਕ ਖਾਸ ਪੜ੍ਹਾਈ ਲਿਖਾਈ ਤੇ ਹੁਨਰ ਦੇ ਵਿੱਚੋਂ ਦੀ ਗੁਜ਼ਰੇ ਹੋਏ ਨੇ, ਜਿਹੜੇ ਰੁਜ਼ਗਾਰ ਨੇ। ਤੇ ਇਦੋਂ ਪਹਿਲਾਂ ਵੀ ਮਾਰਚ 2019 ਤੱਕ ਪੰਜਾਬ ਸਰਕਾਰ ਦੇ ਜਿਹੜੇ ਇੰਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ, ਉੱਥੇ ਰਜਿਸਟ੍ਰੇਸ਼ਨ ਦੀ ਗੱਲ ਹੈ, ਉਹ 2,69,000 ਬੰਦੇ ਨੇ ਉਦੋਂ ਰਜਿਸਟਰਡ ਹੋਇਆ ਮਾਰਚ 2019 ਤੱਕ ਕਿ ਸਾਨੂੰ ਕੋਈ ਰੁਜ਼ਗਾਰ। ਉਹਦੇ 'ਚ 91% ਹੁਨਰਮੰਦ ਬੰਦੇ ਨੇ। ਹੁਨਰਮੰਦ ਦਾ ਮਤਲਬ ਹੈ ਜਿਨ੍ਹਾਂ ਨੇ ਕਿਸੇ ਨੇ ਡਿਪਲੋਮਾ, ਡਿਗਰੀ, ਟੈਕਨੀਕਲ ਚੀਜ਼ਾਂ ਵੀ ਕੀਤੀਆਂ ਹੋਈਆਂ ਨੇ। 91% ਉਹ ਬੰਦਾ ਹੈ। ਹੁਣ ਜਿਹੜਾ ਈਵਨ ਕੋਵਿਡ ਦਾ ਸਵਾਲ ਹੈ, ਇਹਦੇ ਨਾਲ ਤਾਂ ਹੋਰ ਜ਼ਿਆਦਾ ਵਧੀ ਹੈ, ਕਿਉਂਕਿ ਕਾਰੋਬਾਰ ਠੱਪ ਹੋ ਗਏ ਨੇ ਟੋਟਲੀ। ਕਾਰੋਬਾਰ ਠੱਪ ਹੋਣ ਦੇ ਨਾਲ ਜਿਹੜੇ ਬੰਦੇ ਵੈਸੇ ਵੀ ਇੱਕ ਨਾਲ ਇਹੀ ਸੂਚਨਾ, ਜੇਕਰ ਆਪਾਂ ਗੱਲ ਕਰੀਏ, ਇਕੱਲੇ ਲੁਧਿਆਣੇ ਦੇ ਵਿੱਚੋਂ 5,68,000 ਦੇ ਕਰੀਬ ਜਿਹੜਾ ਕਿਰਤੀ ਹੈ ਉਹ ਇੱਥੇ ਰੋਜੀ ਰੋਟੀ ਦਾ ਸੰਕਟ ਆਉਣ ਦੇ ਕਰਕੇ ਜਾਂ ਕਾਰੋਬਾਰ ਬੰਦ ਹੋਣ ਦੇ ਕਰਕੇ ਚਲਾ ਗਿਆ ਸੀ ਬਾਹਰਲੇ ਸੂਬਿਆਂ ਨੂੰ, ਕੋਈ ਯੂਪੀ ਜਾਂ ਬਿਹਾਰ ਨੂੰ। ਤੇ ਅਜੇ ਤੱਕ ਲਗਭਗ 1.5 ਲੱਖ ਵਾਪਸ ਆਏ ਹੈ। ਤੇ ਜਿਹੜੀ ਹੌਜ਼ਰੀ ਇੰਡਸਟਰੀ ਹੈ ਲੁਧਿਆਣੇ ਦੀ, 20,000 ਯੂਨਿਟ ਨੇ ਉਹ 'ਚ ਇਕੱਲੀ 'ਚ ਜੇ ਇਹ ਗੱਲ ਵੀ ਕਰੀਏ, ਤੇ ਉਹਨਾਂ 20,000 ਯੂਨਿਟਾਂ ਦੇ ਵਿੱਚ ਕੇਵਲ 50% ਤੇ ਹੀ ਕੰਮ ਹੋ ਰਿਹਾ ਹੈ। ਮਤਲਬ ਉਦੋਂ ਅੱਗੇ ਨਹੀਂ ਵਧਿਆ, ਕਿਉਂਕਿ ਉਹਨਾਂ ਨੂੰ ਕਿਰਤੀ ਨਹੀਂ ਮਿਲ ਰਹੇ। ਤੁਸੀਂ ਦੇਖੋ ਕਿ ਇਹ ਕਿੰਨਾ ਆਪਸ ਦੇ ਵਿੱਚ ਆਪਾ ਵਿਰੋਧ ਹੈ। ਤੇ ਇਹਦਾ ਮਤਲਬ ਇਹ ਹੈ ਕਿ ਸਰਕਾਰਾਂ ਜੇਕਰ ਕਹਿੰਦੀਆਂ ਨੇ ਕਿ ਅਸੀਂ ਰੁਜ਼ਗਾਰ ਦੇ ਰਹੇ ਹਾਂ, ਤਾਂ ਪਹਿਲੀ ਗੱਲ ਜਿਹੜੀਆਂ ਇੰਡਸਟਰੀ ਚੱਲਣਾ ਚਾਹੁੰਦੀ ਆ ਮੁੜ ਕੇ ਤੁਸੀਂ ਖੋਲ੍ਹ ਰੱਖੀ ਹੈ, ਉਹਨੂੰ ਤਾਂ ਪੂਰੇ ਦੇ ਪੂਰੇ ਬੰਦੇ ਉੱਥੇ ਤਾਂ ਭਰਤੀ ਕਰ ਦਿਓ। ਤੇ ਪੰਜਾਬ ਸਰਕਾਰ ਨੇ ਰੁਜ਼ਗਾਰ ਮੇਲੇ ਲਾਏ। ਰੁਜ਼ਗਾਰ ਮੇਲਿਆਂ ਰਾਹੀਂ ਇਹਨਾਂ ਦਾ ਇੱਕ ਡਾਟਾ ਸਾਹਮਣੇ ਆਇਆ ਜੋ ਟੋਟਲ ਇਹਨਾਂ ਦੇ ਥਰੂ ਸੀ, ਉਹ ਲਗਭਗ 54,000 ਬੰਦੇ ਨੂੰ ਇਹ ਕਹਿੰਦੇ ਨੇ ਕਿ ਅਸੀਂ ਰੁਜ਼ਗਾਰ ਦਿੱਤਾ ਹੈ। ਹਾਲਾਂਕਿ ਰੁਜ਼ਗਾਰ ਮੇਲਿਆਂ 'ਤੇ ਮੈਨੂੰ ਇਹ ਲੱਗਦਾ ਹੁੰਦਾ ਬੜੀ ਵਾਰ ਕਿ ਇਹ ਕਿਸੇ ਪੜ੍ਹੇ ਲਿਖੇ ਬੰਦਿਆਂ ਦੀ ਜਿਹੜੀ ਡਿਗਨਿਟੀ ਹੁੰਦੀ ਹੈ, ਜਿਹੜੀ ਸ਼ਾਨ ਹੁੰਦੀ ਹੈ, ਇਹ ਉਹਦੇ ਖਿਲਾਫ ਹੈ। ਕਿਉਂਕਿ ਤੁਸੀਂ ਪਸ਼ੂ ਮੰਡੀਆਂ ਦੀ ਤਰ੍ਹਾਂ ਰੁਜ਼ਗਾਰ ਮੇਲੇ ਲਾ ਰਹੇ ਹੋ, ਜਿੱਥੇ ਉਹਨਾਂ ਨੂੰ ਕਹਿੰਦੇ ਹੋ ਇੱਥੇ ਜਾ ਕੇ ਦਿਖਾਓ। ਉਹ ਪੜ੍ਹੇ ਲਿਖੇ ਨੇ, ਤੁਸੀਂ ਜਿਹੜੇ ਵੀ ਇੰਡਸਟਰੀ ਦੇ ਵਿੱਚ, ਜਿਹੜੇ ਵੀ ਸਰਵਿਸ ਦੇ ਖੇਤਰ ਦੇ ਵਿੱਚ ਜਿੱਥੇ ਵੀ ਕਿਤੇ ਰੁਜ਼ਗਾਰ ਹੈ, ਨੌਕਰੀਆਂ ਕੱਢੋ, ਉਹ ਅਪਲਾਈ ਕਰਨ ਤੇ ਉੱਥੋਂ ਬਾਅਦ ਉਹਨਾਂ ਨੂੰ ਤੁਸੀਂ ਰੁਜ਼ਗਾਰ ਦੇ ਦਿਓ। ਤੇ ਉਹ 54,000 ਜਿਹੜਾ ਘਰ ਘਰ ਰੁਜ਼ਗਾਰ ਦਾ ਇੱਕ ਕੁਐਸਚਨ ਹੈ ਤੁਸੀਂ ਦਿੱਤਾ ਸੀ, ਉਹ ਕਿੱਥੇ ਗਿਆ ਫਿਰ? ਔਰ ਇੱਕ ਸਰਕਾਰ ਨੇ ਯੋਜਨਾ ਚਲਾਈ ਸੀ, ਆਪਣੀ ਗੱਡੀ ਆਪਣਾ ਰੁਜ਼ਗਾਰ, ਮੋਟਰਸਾਈਕਲਾਂ 'ਤੇ, ਕਿ ਮੋਟਰਸਾਈਕਲ 'ਤੇ ਬਿਠਾਓ, ਇੱਕ ਸਵਾਰੀ ਨੂੰ ਬਿਠਾਇਆ ਕਰੋ। ਤੇ ਉਹਦੀਆਂ ਫੋਟੋਆਂ ਅਖਬਾਰਾਂ 'ਚ ਬੜੀਆਂ ਵੱਡੀਆਂ ਛਪੀਆਂ ਸੀਗੀਆਂ। ਪਰ ਕੌਣ ਪੰਜਾਬ ਦੇ ਵਿੱਚ ਮੋਟਰਸਾਈਕਲ ਵਾਲੀ ਗੱਡੀ, ਜਿਹੜੀ ਪਹਿਲਾਂ ਹੀ ਫੇਲ, ਆਮ ਬੰਦੇ ਨੂੰ ਜੇ ਪੰਜਾਬ 'ਚ ਪੁੱਛਿਆ ਜਾਵੇ, ਉਹ ਰੁਜ਼ਗਾਰ ਨਹੀਂ ਚੱਲ ਸਕਦਾ, ਕਿਉਂਕਿ ਮੋਟਰਸਾਈਕਲ ਲੋਕਾਂ ਦੇ ਘਰਾਂ 'ਚ ਵੈਸੇ ਹੀ ਕਾਫੀ ਨੇ।
ਤੇ ਉਹ ਕਿਸੇ ਇੱਕ ਮੋਟਰਸਾਈਕਲ ਵਾਲੇ ਦੇ ਪਿੱਛੇ ਬੈਠ ਕੇ ਥੋੜੀ ਜਾਣਾ ਹੈ। ਇਸ ਲਈ ਕੁਝ ਗੱਲਾਂ ਤਾਂ ਅਸੀਂ ਲੋਕਾਂ ਦੇ ਦਿਖਾਵੇ ਦੇ ਤੌਰ ਤੇ ਵੈਸੇ ਇਹੋ ਜਿਹੀਆਂ ਕਰ ਰਹੇ ਹਾਂ ਜਿਹੜੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਮਤਲਬ ਰੁਜ਼ਗਾਰ ਦਾ ਜਿਹੜਾ ਰੁਜ਼ਗਾਰ ਇੱਕ ਅਸਲ ਦੇ ਵਿੱਚ ਫੰਡਾਮੈਂਟਲ ਰਾਈਟ ਹੋਣਾ ਚਾਹੀਦਾ, ਬੁਨਿਆਦੀ ਹੱਕ ਹੋਣਾ ਚਾਹੀਦਾ। ਬੁਨਿਆਦੀ ਹੱਕ ਇਸ ਕਰਕੇ ਹੋਣਾ ਚਾਹੀਦਾ ਕਿਉਂਕਿ ਰਾਈਟ ਟੂ ਲਿਵ ਜਿਹੜਾ ਜਿਉਣ ਦਾ ਹੱਕ ਹੈ, ਜਿਉਣ ਦਾ ਹੱਕ ਸੰਵਿਧਾਨ ਨੇ ਦਿੱਤਾ ਹੋਇਆ ਤੇ ਜਿਉਣ ਦਾ ਹੱਕ ਸੰਵਿਧਾਨ ਦੇ ਵਿੱਚ ਜੇ ਮੈਨੂੰ ਰੋਜੀ ਰੋਟੀ ਨਹੀਂ ਮਿਲਦੀ, ਭੁੱਖਾ ਮਰ ਰਿਹਾ, ਤਾਂ ਤੁਸੀਂ ਉਹਦਾ ਜਿਉਣ ਦਾ ਹੱਕ ਖੋ ਰਹੇ ਹੋ। ਇਸ ਕਰਕੇ ਰੁਜ਼ਗਾਰ ਇੱਕ ਬਹੁਤ ਵੱਡਾ ਪਹਿਲੂ ਬਣੇ ਹੈਗਾ ਕਿਸੇ ਵੀ ਨੌਜਵਾਨ, ਕਿਸੇ ਵੀ ਬੰਦੇ ਦੇ ਲਈ ਜਿਹੜੀਆਂ ਤੁਸੀਂ ਉਹ ਕਰ ਰਹੇ ਹੋ। ਔਰ ਇਹਦੇ ਨਾਲ ਦੀ ਨਾਲ ਇਹ ਹੈ ਕਿ ਸਰਕਾਰਾਂ ਨੇ, ਹਰ ਸਰਕਾਰ ਜਿਹੜੀ ਆਈ ਉਹਨੇ ਕਿਹਾ ਕਿ ਅਸੀਂ ਵਾਅਦਾ ਕੀਤਾ, ਅਸੀਂ ਇਸ ਤਰੀਕੇ ਨਾਲ ਕਰਾਂਗੇ, ਇੰਨਾ ਰੁਜ਼ਗਾਰ ਦੇਵਾਂਗੇ। ਮੋਦੀ ਸਰਕਾਰ ਨੇ ਕਿਹਾ ਹਰ ਸਾਲ 2 ਕਰੋੜ ਨੌਕਰੀ ਪੈਦਾ ਕਰਾਂਗੇ। ਅਮਰਿੰਦਰ ਸਰਕਾਰ ਨੇ ਕਿਹਾ ਘਰ ਘਰ ਨੌਕਰੀ ਦੇਵਾਂਗੇ। ਤੇ ਨਾ 2 ਕਰੋੜ ਸਾਰੀਆਂ ਬਲਕਿ ਨੌਕਰੀਆਂ ਜਾ ਰਹੀਆਂ ਨੇ, ਮਿਲਣੀ ਤਾਂ ਬਹੁਤ ਦੂਰ ਦੀ ਗੱਲ ਹੈ। ਔਰ ਦੂਜੀ ਗੱਲ ਵੀ ਇੱਕ ਹੋਰ ਇਹਦੇ ਨਾਲ ਜੁੜ ਗਈ ਹੈ, ਉਹ ਇਹ ਜੁੜ ਗਈ ਹੈ ਕਿ ਜਿਵੇਂ ਜਿਵੇਂ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ, ਜਿਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਾਂ ਕਹਿੰਦੇ ਆ, ਮਸਨੂਈ ਬੌਧਿਕਤਾ, ਉੱਥੇ ਬੰਦਿਆਂ ਦਾ ਲੋੜ ਹੀ ਘਟ ਰਹੀ ਹੈ ਰੁਜ਼ਗਾਰ ਦੇ ਵਿੱਚ। ਉੱਥੇ ਜ਼ਿਆਦਾਤਰ ਹੁਣ ਤਾਂ ਦੁਨੀਆ ਦੇ ਵਿੱਚ ਮਤਲਬ ਗੱਡੀਆਂ ਡਰਾਈਵਰਾਂ ਦੀ ਵੀ ਲੋੜ ਆਉਣ ਵਾਲੇ ਦਿਨਾਂ 'ਚ ਘਟਦੀ ਜਾ ਰਹੀ ਹੈ ਕਿ ਉਹ ਵੀ ਕੰਪਿਊਟਰ ਰਾਹੀਂ ਤੇ ਉਸੇ ਤਰੀਕੇ ਦੇ ਨਾਲ ਹੀ ਚੱਲਣੀਆਂ ਨੇ ਗੱਡੀਆਂ, ਡਰਾਈਵਰ ਦੀ ਲੋੜ ਨਹੀਂ ਰਹੇਗੀ। ਔਰ ਫੈਕਟਰੀਆਂ ਦੇ ਵਿੱਚ ਜਿੱਥੇ ਕਿਤੇ ਜਿਵੇਂ ਮਾਰੂਤੀ ਫੈਕਟਰੀ ਦੇ ਵਿੱਚ ਇਹ ਕਿਹਾ ਜਾਂਦਾ ਕਿ ਜੇ ਉੱਥੇ 40,000 ਬੰਦਾ ਕੰਮ ਕਰਦਾ ਸੀ ਤੇ 4,000 ਬੰਦਾ ਹੁਣ ਉਦੋਂ ਜ਼ਿਆਦਾ ਕਾਰਾਂ ਪ੍ਰੋਡਿਊਸ ਕਰਕੇ ਬਾਹਰ ਕੱਢ ਦਿੰਦਾ ਹੈ ਉਸ ਮਤਲਬ। ਇਸ ਲਈ ਨਵੇਂ ਪੈਟਰਨ ਦੇ ਵਿੱਚ ਰੁਜ਼ਗਾਰ ਪੈਦਾ ਨਹੀਂ ਹੋ ਰਹੇ। IT ਸੈਕਟਰ ਦੇ ਵਿੱਚੋਂ ਕਿੰਨੇ ਲੋਕ ਨਿਕਲ ਰਹੇ ਨੇ ਲਗਾਤਾਰ, ਜਿੱਥੇ ਕਹਿੰਦੇ ਸੀ ਰੁਜ਼ਗਾਰ ਪੈਦਾ ਹੋਣਗੇ। ਜਦੋਂ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ ਤਾਂ ਰੁਜ਼ਗਾਰ ਦਿਓਗੇ ਕਿਵੇਂ? ਫਿਰ ਕਿੱਥੇ ਰੁਜ਼ਗਾਰ ਦਿਓਗੇ? ਇਸੇ ਕਰਕੇ ਇੱਕ ਨਵਾਂ ਇਹ ਥਾਟ ਚੱਲ ਰਿਹਾ ਕਿ ਲੋਕਾਂ ਨੂੰ ਯੂਨੀਵਰਸਲ ਬੇਸਿਕ ਇਨਕਮ ਵੱਲ ਲਿਆਂਦਾ ਜਾਏ। ਘੱਟੋ ਘੱਟ ਉਹਨਾਂ ਦੀ ਇੱਕ ਬੁਨਿਆਦੀ ਆਮਦਨ ਦੀ ਬੰਦੋਬਸਤ ਦਾ ਕੋਈ ਪ੍ਰਬੰਧ ਕੀਤਾ ਜਾਏ। ਰੁਜ਼ਗਾਰ ਮਿਲਣਾ ਹੁਣ ਦੁਨੀਆ ਦੇ ਵਿੱਚ ਜਿਹੜਾ ਇਹ ਡਿਵੈਲਪਮੈਂਟ ਦਾ ਮਾਡਲ ਹੈ, ਵਿਕਾਸ ਦਾ ਜਿਹੜਾ ਤਰੀਕਾ ਹੈ, ਇਸ ਡਿਵੈਲਪਮੈਂਟ ਦੇ ਮਾਡਲ 'ਚ ਨਵਾਂ ਰੁਜ਼ਗਾਰ ਪੈਦਾ ਨਹੀਂ ਹੁਣ ਹੋਣਾ ਔਰ ਘੱਟ ਪੈਦਾ ਹੋਊ ਜਾਂ ਜਿੰਨੀ ਲੋੜ ਹੈ ਓਨਾ ਪੈਦਾ ਨਹੀਂ ਹੋਣਾ। ਤਾਂ ਤੁਹਾਨੂੰ ਲੋਕਾਂ ਨੂੰ ਜਿੰਦਾ ਰੱਖਣ ਦੇ ਲਈ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਨੂੰ ਕੁਝ ਤਾਂ ਦੇਣਾ ਪਏਗਾ। ਔਰ ਵਿਕਸਿਤ ਵਰਲਡ ਨੇ ਤਾਂ ਇਹ ਕਰ ਲਿਆ ਕਿ ਉੱਥੇ ਘੱਟੋ ਘੱਟ ਇੱਕ ਸੋਸ਼ਲ ਸਿਕਿਉਰਿਟੀ ਹੈ, ਬੇਰੁਜ਼ਗਾਰੀ ਭੱਤਾ ਮਿਲਦਾ ਹੈ, ਬੁਢਾਪਾ ਪੈਨਸ਼ਨ ਮਿਲਦੀ ਹੈ, ਜ਼ਿੰਦਗੀ ਜਿਉਣ। ਗੱਲ ਸਾਡੇ ਤਾਂ ਪੈਨਸ਼ਨ ਦੇ ਰੂਪ ਦੇ ਵਿੱਚ ਵੀ ਮਜ਼ਾਕ ਹੁੰਦਾ, 750 ਰੁਪਇਆ ਦੇ ਦਿਓ, ਤੇ ਬੇਰੁਜ਼ਗਾਰੀ ਭੱਤਾ ਤਾਂ ਸਾਡੇ ਵੈਸੇ ਹੀ ਮਤਲਬ ਹਵਾ 'ਚ ਹੀ ਹੈ ਤੇ ਉਹਨੂੰ ਤਾਂ ਕੋਈ ਦੇਖਦਾ ਹੀ ਨਹੀਂ। ਸਾਡੇ ਕੋਈ ਪੈਟਰਨ ਹੀ ਨਹੀਂ ਹੈ। ਸਭ ਤੋਂ ਬੜਾ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਭਾਵੇਂ ਉਹ ਸਾਡੇ ਦੇਸ਼ ਦੀ ਸਰਕਾਰ ਹੈ, ਭਾਵੇਂ ਉਹ ਪੰਜਾਬ ਦੀ ਸਰਕਾਰ ਹੈ, ਸਾਡੇ ਤਾਂ ਕੋਈ ਬੇਰੁਜ਼ਗਾਰੀ ਦਾ ਅਜੇ ਤੱਕ ਸਾਡੇ ਕੋਲ ਆਥੈਂਟਿਕ ਡਾਟਾ ਹੀ ਹੈ ਨਹੀਂ ਕਿ ਸਾਡੇ ਬੇਰੁਜ਼ਗਾਰ ਕਿੰਨੇ ਨੇ। ਔਰ ਜੇਕਰ ਆਹ ਡਾਟਾ ਜਿਹੜਾ ਜਦੋਂ ਮਜ਼ਦੂਰ ਗਏ ਸੁਪਰੀਮ ਕੋਰਟ ਦੇ ਵਿੱਚ ਕੇਸ ਗਏ ਕਿ ਕਿੰਨੇ ਪ੍ਰਵਾਸ ਕਰਕੇ ਬੰਦੇ ਦੂਜੇ ਰਾਜਾਂ 'ਚ ਕੰਮ ਕਰਦੇ ਨੇ, ਸੂਬੇ ਦਾ ਜਿਹੜਾ ਕਿਰਤ ਮੰਤਰਾਲਾ ਸੀ ਉਹਨੇ ਹੱਥ ਖੜੇ ਕਰਤੇ ਕਿ ਸਾਡੇ ਕੋਲ ਕੋਈ ਰਜਿਸਟਰਡ ਡਾਟਾ ਨਹੀਂ ਹੈ। ਜਦ ਤੁਹਾਡੇ ਕੋਲ ਡਾਟਾ ਨਹੀਂ ਹੈ ਤੁਸੀਂ ਵਾਅਦੇ ਕਿਵੇਂ ਕਰ ਸਕਦੇ ਹੋ? ਤੁਹਾਡੇ ਕੋਲ ਡਾਟਾ ਹੁੰਦਾ ਵੀ ਇੰਨਾ ਅਨਪਲਾਇਮੈਂਟ ਹੈਗੀ, ਇੱਥੋਂ ਅਸੀਂ ਕਰਾਂਗੇ, ਆਹ ਚੀਜ਼ਾਂ ਕਰਾਂਗੇ, ਉਹ ਚੀਜ਼ਾਂ ਤੁਸੀਂ ਕਰ ਹੀ ਨਹੀਂ ਪਾਉਂਦੇ। ਇਹਦਾ ਮਤਲਬ ਲੋਕਾਂ ਨਾਲ ਪਹਿਲਾਂ ਹੀ ਮਜ਼ਾਕ ਕਰ ਰਹੇ ਹੋ ਤੁਸੀਂ, ਕਿਉਂਕਿ ਤੁਹਾਡੇ ਕੋਲ ਇੱਕ ਇਹੋ ਜਿਹਾ ਕੋਈ ਡਾਟਾ ਨਹੀਂ ਹੈ। ਈਵਨ ਜਦੋਂ ਅਕਾਲੀ ਸਰਕਾਰ ਪਹਿਲਾਂ ਆਈ ਸੀ 2007 'ਚ, ਇਹਨੇ ਕਿਹਾ ਕਿ ਅਸੀਂ ਰੁਜ਼ਗਾਰ ਦਾ ਇੱਕ ਸਰਵੇ ਕਰਾਵਾਂਗੇ ਕਿ ਕਿੰਨੇ ਲੋਕ ਬੇਰੁਜ਼ਗਾਰ ਨੇ। ਉਹ ਸਰਵੇ ਵੀ ਮੁੜ ਕੇ ਨਹੀਂ ਹੋਇਆ ਕਿੰਨੇ ਲੋਕ ਬੇਰੁਜ਼ਗਾਰ ਨੇ। ਇਸ ਕਰਕੇ ਜਿਹੜਾ ਇਹ ਸਵਾਲ ਹੈ ਸਾਡੇ ਸਾਹਮਣੇ ਬੇਰੁਜ਼ਗਾਰੀ ਦਾ, ਇਹ ਯੂਥ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ, ਕਿਉਂਕਿ ਉਹਦਾ ਸੁਪਨਾ ਹੁੰਦਾ ਕਿ ਮੈਂ ਯੰਗ ਏਜ ਦੇ ਵਿੱਚ ਕਿਤੇ ਨੌਕਰੀ ਕਰਾਂਗਾ, ਕਿਤੇ ਸੈਲਫ ਸਵੈ ਰੁਜ਼ਗਾਰ ਕਰਾਂਗਾ, ਕੁਛ ਕਰਾਂਗਾ ਤੇ ਜ਼ਿੰਦਗੀ ਇਸ ਤਰੀਕੇ ਨਾਲ ਜਿਊਵਾਂਗਾ। ਉਹਦਾ ਸੁਪਨਾ ਮਰ ਰਿਹਾ ਹੈ। ਉਹ 40-40 ਸਾਲ ਦੇ ਬੰਦੇ ਕੇਵਲ ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਹੋ ਜਾਂਦੇ ਨੇ, ਮਤਲਬ ਬਾਕੀ ਤਾਂ ਗੱਲ ਦੂਰ ਦੀ ਗੱਲ ਹੈ। ਸਰਕਾਰੀ ਨੌਕਰੀਆਂ ਵੈਸੇ ਹੀ ਘਟ ਰਹੀਆਂ ਨੇ ਔਰ ਪੰਜਾਬ ਦੇ ਕਾਲਜ ਨੇ 1873 ਪੋਸਟਾਂ ਰੈਗੂਲਰ ਨੇ, ਕੇਵਲ 15% ਰੈਗੂਲਰ ਨੇ, ਬਾਕੀ ਸਾਰੇ ਆਰਜੀ ਕੰਮ ਚਲਾਇਆ ਜਾ ਰਿਹਾ। ਬਿਜਲੀ ਬੋਰਡ ਸੀਗਾ ਪੰਜਾਬ ਦਾ, 98,000 ਨੌਕਰੀ ਸੀ ਇੱਕ ਜ਼ਮਾਨੇ 'ਚ ਤੇ ਚੱਲ ਕੇ 34,000 ਰਹੇਗੀ ਤੇ ਉਹਦੇ 'ਚੋਂ ਵੀ ਬਿਲਕੁਲ ਠੇਕੇ ਤੇ ਬੰਦੇ ਨੇ ਬਾਕੀ ਜਿਹੜੇ ਤੁਸੀਂ ਭਰਤੀ ਕਰ ਰਹੇ ਹੋ। ਸਰਕਾਰੀ ਖੇਤਰ 'ਚ ਰੁਜ਼ਗਾਰ ਘਟ ਰਿਹਾ, ਸੇਵਾ ਦੇ ਖੇਤਰ 'ਚ ਵੀ ਰੁਜ਼ਗਾਰ ਨਹੀਂ। ਜੇ ਆ ਪ੍ਰਾਈਵੇਟ ਸਕੂਲਾਂ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ, ਉਹ ਉਹੀ 2500 3500 4000 ਦੇ ਕੇ ਤਾਂ ਕੋਈ ਰੁਜ਼ਗਾਰ ਨਾ ਹੋਇਆ। ਇਹਦੇ ਨਾਲ ਜ਼ਿੰਦਗੀ ਨਹੀਂ ਚੱਲਦੀ। ਰੁਜ਼ਗਾਰ ਘੱਟੋ ਘੱਟ ਗੁਜ਼ਾਰੇ ਲਾਇਕ ਚਾਹੀਦਾ, ਜ਼ਿੰਦਗੀ ਜਿਉਣ ਜੋਗਾ ਚਾਹੀਦਾ। ਬਿਲਕੁਲ ਹਮੀਰ ਸਿੰਘ ਜੀ, ਇਹ ਤੁਸੀਂ ਬਹੁਤ ਵਧੀਆ ਸਾਰਾ ਡਾਟਾ ਸਾਡੇ ਅੱਗੇ ਰੱਖਿਆ। ਤੇ ਇੱਕ ਜਿਹੜੀ ਹੋਰ ਗੱਲ ਹੈ ਕਿ ਹਾਲੇ ਤਾਂ ਸਾਡੇ ਪੰਜਾਬ 'ਚੋਂ ਹੀ ਖਾਸ ਕਰ ਤੇ ਬਾਕੀ ਦੇਸ਼ 'ਚੋਂ ਵੀ ਵੱਡੀ ਗਿਣਤੀ ਨੌਜਵਾਨ ਬਾਹਰ ਵੀ ਚਲੇ ਜਾਂਦੇ ਨੇ, ਵਿਦੇਸ਼ਾਂ ਨੂੰ ਚਲੇ ਜਾਂਦੇ ਹਨ।
ਤੇ ਫਿਰ ਵੀ ਇਹ ਹਾਲਤ ਹੈ, ਇਸ ਬਾਰੇ ਵੀ ਜਰਾ ਚਾਨਣਾ ਪਾਓ। ਬਿਲਕੁਲ, ਇਹ ਬਹੁਤ ਵੱਡਾ ਇੱਕ ਗੱਲ ਹੈ ਕਿ ਜਿਹੜਾ ਖਾਸ ਤੌਰ ਤੇ ਪੜ੍ਹਿਆ ਲਿਖਿਆ ਨੌਜਵਾਨ ਹੈ ਪੰਜਾਬ ਦਾ, ਜਿਹੜਾ ਮਿਡਲ ਕਲਾਸ ਦਾ, ਜਿਹਦੇ ਕੋਲ ਇੰਨੇ ਕੁ ਪੈਸੇ ਹੈਗੇ ਕਿ ਉਹ ਬਾਹਰ ਜਾ ਸਕਦਾ, ਉਹ ਤਾਂ +2 ਤੋਂ ਬਾਅਦ ਆਈਲੈਟਸ ਦੇ ਇੰਨੇ ਸੈਂਟਰ ਖੁੱਲ੍ਹੇ ਨੇ, ਉਹ ਤਾਂ ਬਾਹਰ ਚਲਾ ਜਾਂਦਾ। ਇੱਕ ਡਾਟਾ ਪਿਛਲੇ ਸਾਲ ਦਾ ਸੀ, 2019 ਦਾ 2019 ਦਾ ਇੱਕ ਡਾਟਾ ਸੀ ਕਿ ਕੈਨੇਡਾ ਦੇ ਵਿੱਚ ਜਿਹੜਾ ਲਗਭਗ 3 ਲੱਖ ਵਿਦਿਆਰਥੀ ਗਿਆ, ਉਹਦੇ ਚੋਂ 1.5 ਲੱਖ ਪੰਜਾਬੀ ਹੈ। ਤੇ ਸਾਲ ਦੀ ਦਰ ਵੱਧਦੀ ਜਾ ਰਹੀ ਹੈ, ਮਤਲਬ ਬਾਕੀ ਦੇਸ਼ਾਂ 'ਚ ਵੀ ਰਲਾ ਕੇ 1.5 ਲੱਖ ਬੱਚਾ ਸਟੂਡੈਂਟ ਵੀਜ਼ੇ ਤੇ ਜਾ ਰਿਹਾ। ਜੇ ਉਹ ਵੀ ਇੱਥੇ ਰਹਿੰਦਾ ਹੋਵੇ, ਉਹ ਵੀ ਇੱਥੇ ਰੁਜ਼ਗਾਰ ਮੰਗੇ ਤਾਂ ਇਹ ਕੀ ਕਰਨਗੇ? ਮਤਲਬ ਕਿਹਨੂੰ ਇਸੇ ਕਰਕੇ ਸ਼ਾਇਦ ਸਾਡਾ ਸਿਆਸਤਦਾਨ ਇਹ ਗੱਲ ਹੀ ਨਹੀਂ ਕਰਦਾ। ਉਹ ਸਗੋਂ ਇਹ ਗੱਲ ਕਰ ਰਿਹਾ ਕਿ ਜਿਹੜੀ ਉਹਨੇ ਰੁਜ਼ਗਾਰ ਦੇਣ ਦੇ ਲਈ ਇੱਕ ਸੁਸਾਇਟੀ ਰਜਿਸਟਰਡ ਕੀਤੀ ਹੈ, ਘਰ ਘਰ ਰੁਜ਼ਗਾਰ ਤੇ ਆਪਣਾ ਕਾਰੋਬਾਰ, ਉਹਦੇ 'ਚ ਲਿਖਿਆ ਹੋਇਆ ਕਿ ਬਾਹਰ ਭੇਜਣ ਦੇ ਵਾਸਤੇ ਵੀ ਬੱਚਿਆਂ ਦੀ ਕਿਵੇਂ ਮਦਦ ਕਰਨੀ ਹੈ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹਦੇ ਨਾਲ ਪੰਜਾਬ ਉਜੜ ਰਿਹਾ ਹੈ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਹੁਨਰਮੰਦ ਲੋਕ ਤੱਕ ਬਾਹਰ ਜਾ ਰਹੇ ਨੇ ਉਹ ਸਾਡਾ ਲਾਸ ਹੈ, ਸਾਡਾ ਨੁਕਸਾਨ ਹੈ। ਤੇ ਅਸੀਂ ਪਾਲਿਸੀ ਉਹੀ ਜੀ ਬਣਾ ਰਹੇ ਹਾਂ ਜਿਹੜੀ ਪਾਲਿਸੀ ਆਪਣੇ ਬੱਚਿਆਂ ਨੂੰ ਇੱਥੇ ਰੱਖਣ ਦੀ ਬਜਾਏ ਧੱਕੇ ਦੇ ਰਹੀ ਹੈ, ਧੱਕਾ ਦੇ ਕੇ ਕੱਢ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਜਿਹੜਾ ਰੁਜ਼ਗਾਰ ਦਾ ਬਹੁਤ ਵੱਡਾ ਐਂਗਲ ਹੈ, ਔਰ ਉਹ ਅਜੇ ਵੀ ਖੇਤੀ ਤੇ ਪੇਂਡੂ ਖੇਤਰ ਦੇ ਵਿੱਚ ਹੈ। ਖੇਤੀ ਘਾਟੇਬੰਦੀ ਕਰਤੀ ਤੁਸੀਂ, ਸਾਰੇ ਆਰਡੀਨੈਂਸ ਸਭ ਚੀਜ਼ਾਂ ਲਿਆ ਰਹੇ ਹੋ ਕਿ ਖੇਤੀ 'ਚੋਂ ਬੰਦੇ ਕੱਢੋ। ਬਹੁਤ ਸਾਰੇ ਅਰਥ ਸ਼ਾਸਤਰੀ ਵੀ ਕਹਿੰਦੇ ਨੇ ਖੇਤੀ 'ਚੋਂ ਬੰਦੇ ਕੱਢੋ। ਕੱਢ ਕੇ ਭਾਈ ਸਾਹਿਬ ਲਿਜਾਣੇ ਕਿੱਥੇ ਨੇ? ਕੱਢ ਕੇ ਉਹਨਾਂ ਨੂੰ ਉਦੋਂ ਵਧੀਆ ਚੀਜ਼ ਤਾਂ ਦੱਸੋ ਕਿ ਫਲਾਨੀ ਜਗ੍ਹਾ ਰੁਜ਼ਗਾਰ ਹੈਗਾ ਤੁਹਾਡੇ ਲਈ, ਇੱਥੋਂ ਜਾਓ। ਉਹ ਰੁਜ਼ਗਾਰ ਕਿਤੇ ਹੋਰ ਹੈ ਨਹੀਂ। ਅਸੀਂ ਉਹੀ ਪੁਰਾਣੀਆਂ ਦਕੀਆਂ ਨੂੰ ਸੀ ਗੱਲਾਂ ਤੇ ਉਸੇ ਡਿਵੈਲਪਮੈਂਟ ਦੇ ਮਾਡਲ ਤੋਂ ਬਾਹਰ ਨਹੀਂ ਸੋਚ ਰਹੇ, ਆਊਟ ਆਫ ਬਾਕਸ ਨਹੀਂ ਸੋਚ ਰਹੇ ਕਿ ਸਾਨੂੰ ਕਿੱਥੇ ਕੀ ਕਰਨਾ। ਮਨਰੇਗਾ ਵਰਗੀ ਸਕੀਮ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚਲਾ ਰਹੇ ਹਾਂ ਜੀ, ਇੱਥੇ ਰੁਜ਼ਗਾਰ ਬਹੁਤ ਦੇਵਾਂਗੇ। ਉਹ 100 ਦਿਨ ਤਾਂ ਛੱਡੋ, ਤੁਸੀਂ ਤਾਂ 15 ਦਿਨ ਦਾ ਵੀ ਰੁਜ਼ਗਾਰ ਉਹਦੇ 'ਚ ਨਹੀਂ ਦੇ ਰਹੇ। ਔਰ ਇੰਨੇ ਬੀਬੀਆਂ ਤੇ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਰੁਜ਼ਗਾਰ ਮੰਗ ਰਹੇ ਨੇ, ਤੁਸੀਂ ਆਪਣਾ ਪ੍ਰਸ਼ਾਸਨ ਵੀ ਸਿੱਧਾ ਨਹੀਂ ਕਰ ਰਹੇ ਕਿ ਉਹਨੂੰ ਵੀ ਘੱਟੋ ਘੱਟ ਇਹ ਨਹੀਂ ਸਿਖਾ ਰਹੇ ਕਿ ਉਹ 100 ਦਿਨ ਦਾ ਰੁਜ਼ਗਾਰ ਤਾਂ ਦੇ। ਉਹ 100 ਦਿਨ ਦੀ ਗਰੰਟੀ ਦੇ ਦੋਗੇ, ਫਿਰ ਲੋਕਾਂ ਨੂੰ ਇਹ ਕਹੂਗਾ ਕਿ 200 ਦਿਨ ਦਿਓ, ਫਿਰ 300 ਦਿਨ ਦਿਓ, ਰੁਜ਼ਗਾਰ ਰੋਜ਼ ਚਾਹੀਦਾ। ਔਰ ਇਹ ਬਿਲਕੁਲ ਕੱਲੀ ਪ੍ਰਸ਼ਾਸਨਿਕ ਨਲਾਇਕੀ ਹੈ ਕਿ ਮਨਰੇਗਾ 'ਚ ਵੀ ਜਿਹੜਾ ਹੁਣ ਤੱਕ ਵੀ ਦਿਹਾੜੀ ਮਿਲਦੀ ਹੈ ਉਹ ਵੀ ਤੁਸੀਂ 100 ਦਿਨ ਨਹੀਂ ਦੇ ਪਾ ਰਹੇ। ਔਰ ਇਹ ਜੇ ਸਰਕਾਰ ਆਪਣਾ ਪ੍ਰਸ਼ਾਸਨ ਨਹੀਂ ਸੁਧਾਰ ਸਕਦੀ ਤਾਂ ਪਾਲਿਸੀ ਕੀ ਸੁਧਾਰਨੀ ਆ ਉਸ ਸਰਕਾਰ ਨੇ ਜਿਹੜੀ ਕਿ ਉਸ ਪੱਧਰ ਦੇ ਉੱਤੇ ਜਾਏਗੀ। ਇਸ ਲਈ ਇਹ ਬਹੁਤ ਵੱਡਾ ਕੁਐਸਚਨ ਹੈ। ਜੇ ਲੋਕਾਂ ਨੂੰ ਲੋਕਲ ਰੁਜ਼ਗਾਰ ਮਿਲੇਗਾ, ਜਿੱਥੇ ਉਹ ਰਹਿੰਦਾ ਉਹਦੇ ਨੇੜੇ ਰੁਜ਼ਗਾਰ ਪੈਦਾ ਹੋਏਗਾ, ਤਾਂ ਉਹਨੂੰ ਘੱਟ ਪੈਸਿਆਂ ਨਾਲ ਵੀ ਜ਼ਿੰਦਗੀ ਚੱਲ ਸਕਦੀ ਹੈ, ਉਹਦੀ ਜ਼ਿੰਦਗੀ ਖਰਚੀਲੀ ਘੱਟ ਹੋ ਜਾਏਗੀ। ਜੇ ਦੂਰ ਦੂਰ ਖਿੰਡ ਕੇ ਰੁਜ਼ਗਾਰ ਆਏਗਾ, ਕੋਈ ਬੰਦਾ ਜਾ ਕੇ ਸ਼ਹਿਰ 'ਚ ਨੌਕਰੀ ਕਰੇਗਾ, ਉਹ ਸ਼ਹਿਰ 'ਚ ਤਾਂ ਰਹਿ ਨਹੀਂ ਸਕਦਾ। ਹੁਣ ਉਹ 5000 ਦੀ ਨੌਕਰੀ 7000 ਦੀ ਨਾਲ ਸ਼ਹਿਰ 'ਚ ਤਾਂ ਨਹੀਂ ਰਹਿ ਸਕਦਾ, ਮਕਾਨ ਇਹ ਕਿਰਾਏ 'ਤੇ ਨਹੀਂ ਮਿਲਦਾ। ਇਹ ਬਹੁਤ ਵੱਡਾ ਕੁਐਸਚਨ ਹੈ, ਇੱਕ ਸਵਾਲੀਆ ਨਿਸ਼ਾਨ ਹੈ ਸਾਡੀ ਓਵਰਆਲ ਡਿਵੈਲਪਮੈਂਟ ਤੇ, ਪਾਲਿਸੀ ਤੇ, ਸਰਕਾਰਾਂ ਤੇ, ਕਿ ਜਿਹੜਾ ਨੌਜਵਾਨ 15 ਸਾਲ ਤੋਂ ਲੈ ਕੇ 29 ਸਾਲ ਦੇ ਦਰਮਿਆਨ ਹੈ, ਉਹਨੂੰ ਉਸ ਉਮਰ ਤੱਕ ਰੁਜ਼ਗਾਰ ਦੇਣ ਦੀ ਗਰੰਟੀ ਕੀਤੇ ਬਿਨਾਂ ਸਮਾਜ ਸੁਖੀ ਤਰੀਕੇ ਨਾਲ, ਸਸਟੇਨੇਬਲ ਤਰੀਕੇ ਨਾਲ ਨਹੀਂ ਰਹਿ ਸਕਦਾ। ਇਸ ਕਰਕੇ ਰੁਜ਼ਗਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਫਿਰ ਨੌਜਵਾਨਾਂ ਨੂੰ ਤੁਸੀਂ ਨਿਰਾਸ਼ ਕਰਦੇ ਹੋ, ਕੋਈ ਨਸ਼ਿਆਂ ਵੱਲ ਜਾਂਦਾ, ਕੋਈ ਵਿਦੇਸ਼ ਵੱਲ ਭੱਜਦਾ, ਕੋਈ ਗੈਂਗਸਟਰ ਬਣਦਾ, ਕੋਈ ਕੁਝ ਬਣੇਗਾ। ਤੁਸੀਂ ਉਹਨਾਂ ਨੂੰ ਰਾਹ ਤੋਂ ਭਟਕਾਉਂਦੇ ਹੋ। ਤੇ ਜੇ ਰਾਹ 'ਤੇ ਚੱਜ ਦੇ ਪਾਸੇ ਲਿਆਂਦਾ ਜਾਏ, ਉਹਨਾਂ ਨੂੰ ਯੋਗ ਰੁਜ਼ਗਾਰ ਮਿਲੇ, ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਕ ਮਿਲੇ, ਆਪਣੀ ਜ਼ਿੰਦਗੀ ਜਿਉਣ ਦੇ ਯੋਗ ਗੁਜ਼ਾਰੇ ਜੋ ਲਾਇਕ ਰੁਜ਼ਗਾਰ ਮਿਲੇ, ਤਾਂ ਸ਼ਾਇਦ ਇਹ ਸਮਾਜ ਲੱਗੇਗਾ ਕਿ ਇਹ ਸਮਾਜ ਵਿਕਸਿਤ ਸਮਾਜ ਹੋ ਰਿਹਾ। ਪਰ ਅਜੇ ਇੱਥੇ ਸਵਾਲੀਆ ਨਿਸ਼ਾਨ ਹੈ। ਧੰਨਵਾਦ ਹਮੀਰ ਸਿੰਘ ਜੀ, ਤੁਸੀਂ ਸਾਨੂੰ ਦੱਸਿਆ ਕਿ ਬੇਰੁਜ਼ਗਾਰੀ ਕਿੱਡੀ ਗੰਭੀਰ ਸਮੱਸਿਆ ਹੈ ਤੇ ਇਸ ਤੋਂ ਅੱਗੇ ਨੌਜਵਾਨਾਂ ਲਈ ਕੀ ਸਮੱਸਿਆਵਾਂ ਤੇ ਸਾਰੇ ਸਮਾਜ ਲਈ ਪੈਦਾ ਹੋ ਰਹੀਆਂ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਉਹ ਪੰਜਾਬੀ ਟ੍ਰਿਬਿਊਨ ਦਾ ਇਹ ਲਾਈਵ ਪ੍ਰੋਗਰਾਮ ਜੋ ਪੰਜਾਬੀ ਟ੍ਰਿਬਿਊਨ ਦੇ ਆਫੀਸ਼ੀਅਲ ਫੇਸਬੁੱਕ ਪੇਜ ਤੇ ਦੇਖ ਰਹੇ ਹਨ, ਇਸ ਨੂੰ ਹੁਣ ਉਹ YouTube ਚੈਨਲ ਉੱਤੇ ਵੀ ਦੇਖ ਸਕਦੇ ਹਨ। ਤੇ ਦੋਵੇਂ ਥਾਵਾਂ ਤੇ ਸਾਡੇ ਪੇਜ ਨੂੰ, ਫੇਸਬੁੱਕ ਪੇਜ ਨੂੰ ਲਾਈਕ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਤੇ ਨਾਲ ਹੀ ਬੈਲ ਆਈਕਨ ਦਬਾਓ ਤਾਂ ਕਿ ਇਹਨਾਂ ਜਿਹੜੇ ਸਾਡੇ ਵੀਡੀਓਜ਼ ਜੋ ਵੀ ਆਉਣਗੇ ਇਹਨਾਂ ਬਾਰੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਣਕਾਰੀ ਮਿਲ ਸਕੇ ਤੇ ਤੁਸੀਂ ਇਹਨਾਂ ਨੂੰ ਵੇਲੇ ਸਿਰ ਦੇਖ ਸਕੋ। ਤੇ ਇਹ ਸਾਡਾ ਅੱਜ ਦਾ ਪ੍ਰੋਗਰਾਮ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਇਸ ਨੂੰ ਵੀ ਜ਼ਰੂਰ ਲਾਈਕ ਕਰੋ। ਧੰਨਵਾਦ ਦਰਸ਼ਕੋ।